ਮਿੰਟੂ ਜੀ, ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਹੁਣ ਕਈ ਹੋਰ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਤਲਬ ਕੀਤਾ ਗਿਆ। ਮਨਕੀਰਤ ਔਲਖ ਤੇ ਤਲਬ ਹੋਏ ਨੇ, ਨਾਲ ਹੀ ਬੱਬੂ ਮਾਨ ਨੂੰ ਵੀ ਸੱਦਿਆ ਗਿਆ ਜੀ। ਬਿਲਕੁਲ ਜੀ, ਇਸ ਗੱਲ ਦੀ ਪੁਸ਼ਟੀ ਹੋ ਗਈ ਆ ਕਿਉਂਕਿ ਸਵੇਰ ਤੋਂ ਹੀ ਇਹ ਖਬਰਾਂ ਚੱਲ ਰਹੀਆਂ ਸਨ। ਬਾਅਦ ਦੁਪਹਿਰ ਤੱਕ ਕਾਫੀ ਤੀਬਰਤਾ ਦੇ ਨਾਲ ਇਸ ਖਬਰ ਨੂੰ ਚਲਾਇਆ ਗਿਆ, ਪਰ ਉਹਦੀ ਪੁਸ਼ਟੀ ਨਹੀਂ ਸੀ ਹੋ ਰਹੀ ਕਿਉਂਕਿ ਹੁਣ ਡਰ ਲੱਗਦਾ ਹੈ ਨਾ ਕਿ ਜਦੋਂ ਤੱਕ ਕੋਈ ਓਫੀਸ਼ੀਅਲੀ ਪੁਸ਼ਟੀ ਨਹੀਂ ਹੋ ਜਾਂਦੀ, ਇੱਥੋਂ ਤੱਕ ਕਿ ਸੀਐਮ ਦੀ ਪੁਸ਼ਟੀ ਤੋਂ ਬਾਅਦ ਵੀ ਇੱਕ ਪੁਸ਼ਟੀ ਲਿਖੀ ਜਾਂਦੀ ਹੈ ਕਿ ਕਿਤੇ ਯਾਰ ਮਾਮਲਾ ਕੱਚ ਪੱਕ ਤੇ ਨਹੀਂ ਹੈ। ਸੋ ਲਿਹਾਜ਼ਾ ਪੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇੱਥੇ ਇਸ ਵੇਲੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਪੁਸ਼ਟੀ ਕਰ ਰਹੇ ਨੇ ਮਾਨਸਾ ਦੇ ਐਸਐਸਪੀ ਨਾਨਕ ਸਿੰਘ, ਜਿਨ੍ਹਾਂ ਨੇ BBC ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਪੁਲਿਸ ਜਿਹੜੀ ਹੈ ਉਹ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਤੋਂ ਪੁੱਛਗਿੱਛ ਕਰੇਗੀ। ਹਾਲਾਂਕਿ ਜਿਹੜੀਆਂ ਮੁੱਢਲੀਆਂ ਖਬਰਾਂ ਆਈਆਂ ਸਨ ਉਹਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਮੁੰਡਾ ਜਿਹੜਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੈ ਤੇ ਜਿਹਦਾ ਪਹਿਲਾਂ ਰਫੜ ਵੀ ਪੈ ਗਿਆ ਸੀ, ਇੱਕ ਵੈਪਨ ਵੀ ਉਹਦੇ ਕੋਲੋਂ ਫੜਿਆ ਗਿਆ ਸੀਗਾ ਚੰਡੀਗੜ੍ਹ ਦੇ ਵਿੱਚ, ਉਹਦਾ ਨਾਮ ਵੀ ਹੈ, ਉਹਦਾ ਜ਼ਿਕਰ ਵੀ ਹੈ। ਹਾਲਾਂਕਿ ਜਿਹੜੀ ਮੈਂ ਹੁਣ ਤੁਹਾਨੂੰ ਰਿਪੋਰਟ ਕੋਟ ਕੀਤੀ ਹੈ ਉਹਦੇ ਵਿੱਚ ਉਹਦਾ ਨਾਮ ਨਹੀਂ ਹੈ। ਹੋ ਸਕਦਾ ਕਿ ਬਾਅਦ ਦੇ ਵਿੱਚ ਇਹ ਚੀਜ਼ਾਂ ਦਾ ਪਤਾ ਲੱਗ ਜਾਵੇ। ਵੈਸੇ ਮਨਕੀਰਤ ਔਲਖ ਤੋਂ NIA ਵੀ ਪੁੱਛਗਿੱਛ ਕਰ ਚੁੱਕੀ ਆ। ਦਰਅਸਲ ਕੀ ਹੈ ਕਿ ਮਿਊਜ਼ਿਕ ਇੰਡਸਟਰੀ, ਐਕਸਟੋਰਸ਼ਨ ਮਨੀ, ਗੈਂਗਿਜ਼ਮ, ਇਹ ਚੀਜ਼ਾਂ ਹੁਣ ਥੋੜੀਆਂ ਜੀਆਂ ਕਹਿ ਲਓ ਕਿ ਮਿਕਸਅਪ ਹੋ ਗਈਆਂ ਨੇ ਆਪਸ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਰਲਗੋ ਬਾਜਾ ਬਣਿਆ ਪਿਆ ਜੀ। ਕਿਉਂਕਿ ਜੇ ਤੁਸੀਂ ਰਿਕਾਰਡ ਤੇ ਵੀ ਘਟਨਾਵਾਂ ਵੇਖੋਗੇ ਤਾਂ ਪਰਮੇਸ਼ ਵਰਮਾ, ਗਿੱਪੀ, ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਤੁਹਾਨੂੰ ਔਨ ਰਿਕਾਰਡ ਵੀ ਮਿਲ ਜਾਣਗੇ ਜਿੱਥੇ ਮਤਲਬ ਕਿ ਸ਼ਿਕਾਇਤਾਂ ਆਈਆਂ, ਫਾਇਰਿੰਗ ਹੋਈ, ਇੱਥੋਂ ਤੱਕ ਕਿ IB ਵੀ ਇੱਕ ਰਿਪੋਰਟ ਗਈ ਸੀ ਕਿ ਹਾਲ ਹੀ ਦੇ ਦਿਨਾਂ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਹੱਤਿਆਕਾਂਡ ਹੁੰਦਾ ਤਾਂ ਉਸ ਤੋਂ ਬਾਅਦ IB ਦੀ ਇੱਕ ਰਿਪੋਰਟ ਹੈ ਕਿ ਹਾਲ ਦੇ ਦਿਨਾਂ ਦੇ ਵਿੱਚ ਕੁਝ ਸਿੰਗਰਾਂ ਨੇ ਐਕਸਟੋਰਸ਼ਨ ਮਨੀ ਦਿੱਤੀ ਹੈ। ਤਾਂ ਮਤਲਬ ਕਿ ਇਹ ਇੰਡਸਟਰੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਲੁਕਵਾਂ ਪੱਖ ਸੀਗਾ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਕੁਝ ਹੱਦ ਤੱਕ ਚਰਚਾ ਦੇ ਵਿੱਚ ਤੇ ਸੀ ਜੀ, ਪਰ ਮਤਲਬ ਕਿ ਚਰਚਾ ਮਹਿਫਲ ਦੇ ਵਿੱਚ ਹੋ ਗਈ ਚਰਚਾ, ਜਾਂ ਕਿਤੇ ਮਤਲਬ ਕਿ ਕੋਈ ਮਾੜਾ ਮੋਟਾ ਕੇਸ ਚਲੇ ਗਿਆ, ਜ਼ਿਆਦਾਤਰ ਉਹ ਦਬਵੀਂ ਸੀਗੀ। ਪਰ ਜਿਵੇਂ ਇਹ ਕਤਲ ਕਾਂਡ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਇਹ ਕਹਾਣੀ ਖੁੱਲਦੀ ਹੈ ਇੱਥੋਂ ਤੱਕ ਕਿ ਮੋਹਾਲੀ ਪੁਲਿਸ ਨੇ ਹੀ ਪਰਦਾਫਾਸ਼ ਕੀਤਾ ਸੀਗਾ ਕਿ 2 ਮਿਊਜ਼ਿਕ ਕੰਪਨੀਆਂ ਦੇ ਵਿੱਚ ਗੈਂਗਸਟਰਾਂ ਦਾ ਪੈਸਾ ਲੱਗਾ, ਗ੍ਰਿਫਤਾਰੀਆਂ ਤੱਕ ਹੋਈਆਂ ਜੀ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜੜ ਕਿੱਥੇ ਆ ਤੇ ਉਸ ਜੜ ਨੂੰ ਲੱਭਣ ਲਈ ਯਤਨ ਕਿਉਂ ਕੀਤੇ ਜਾ ਰਹੇ ਆ। ਕਿਉਂਕਿ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਵਿੱਕੀ ਮਿੱਡੂ ਖੇੜਾ ਦੇ ਭਰਾ ਦਾ ਵੀ ਜ਼ਿਕਰ ਆ ਰਿਹਾ ਸੀ ਕਿ ਅਜੇ ਪਾਲ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਜੀ, ਕਿਉਂਕਿ ਉੱਥੋਂ ਹੀ ਕਹਾਣੀ ਸਟਾਰਟ ਹੁੰਦੀ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਸਿੱਧੂ ਮੂਸੇਵਾਲੇ ਦੇ ਹੱਤਿਆਕਾਂਡ ਨੂੰ ਜੋੜ ਕੇ ਦੇਖਦੇ ਆ ਤਾਂ ਬਾਰ-ਬਾਰ ਇਹੀ ਕਿਹਾ ਜਾ ਰਿਹਾ ਕਿ ਉਹਦੀ ਹੱਤਿਆ ਦਾ ਬਦਲਾ ਸੀ ਕਿਤੇ ਨਾ ਕਿਤੇ। ਤਾਂ ਖੈਰ ਇਹ ਹੁਣ ਚੀਜ਼ਾਂ ਆਪਸ ਦੇ ਵਿੱਚ ਜੁੜਦੀਆਂ ਨੇ ਕਿ ਇੱਕ ਗਰੁੱਪ ਕੁਝ ਗਾਇਕਾਂ ਨੂੰ ਸਪੋਰਟ ਕਰਦਾ, ਇੱਕ ਗਰੁੱਪ ਕੁਝ ਗਾਇਕਾਂ ਨੂੰ ਸਪੋਰਟ ਕਰਦਾ, ਕੋਈ ਗਾਇਕ ਉਹਦੇ ਨੇੜੂ ਆ, ਕੋਈ ਗਾਇਕ ਉਹਦੇ ਨੇੜੂ ਆ। ਇਹ ਚੀਜ਼ਾਂ ਦਾ ਬਹੁਤ ਵੱਡਾ ਕਾਲਾਮਾਲਾ ਹੈ। ਹੁਣ ਸਾਫ਼ ਹੋਏਗਾ ਜਾਂਚ ਪੜਤਾਲ ਦੇ ਨਾਲ। ਵੈਸੇ ਬੱਬੂ ਮਾਨ ਦਾ ਜਿੱਥੋਂ ਤੱਕ ਸਵਾਲ ਆ, ਬੱਬੂ ਮਾਨ ਦੇ ਨਾਲ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਥੋੜੀ ਇੱਕ ਟਸਲ ਚੱਲਦੀ ਹੁੰਦੀ ਸੀਗੀ ਇਹਨਾਂ ਦੇ ਪ੍ਰਸ਼ੰਸਕਾਂ ਦੀ ਵੀ ਤੇ ਇਹਨਾਂ ਦੀ ਵੀ ਆਪਸ ਦੇ ਵਿੱਚ, ਮਤਲਬ ਕਿ ਰਿਪਲਾਈ ਜਿੱਦਾਂ ਅੱਜ ਇੱਕ ਟ੍ਰੈਂਡ ਚੱਲ ਰਹੀ ਹੈ ਸਿੰਗਰਾਂ ਦਾ, ਤਾਂ ਸ਼ਾਇਦ ਉਸ ਪੱਖ ਤੋਂ ਜਾਂ ਕੁਝ ਹੋਰ ਹੋ ਸਕਦਾ ਐਗਜ਼ਾਮ ਦੇ ਵਿੱਚ ਹੋਵੇ ਪੁਲਿਸ ਦੇ ਕਿ ਇਹ ਚੀਜ਼ ਜਿਹੜੀ ਹੈ ਕਲੀਅਰ ਕਰ ਲੈਣੀ ਚਾਹੀਦੀ ਹੈ। ਤਾਂ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਦੋਸ਼ੀ ਹੈ, ਕੋਈ ਗੁਨਾਹਗਾਰ ਸਾਬਤ ਹੋ ਗਿਆ। ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਚੱਲਦੀ ਹੈ ਕਿ ਵੱਖ-ਵੱਖ ਐਂਗਲਾਂ ਤੋਂ, ਵੱਖ-ਵੱਖ ਦ੍ਰਿਸ਼ਟੀਕੋਣਾਂ ਦੇ ਜ਼ਰੀਏ ਇੱਕ ਮਤਲਬ ਕਿ ਚੀਜ਼ ਸਥਾਪਿਤ ਕੀਤੀ ਜਾਣੀ ਹੁੰਦੀ ਹੈ। ਤਾਂ ਉਹਦੇ ਵਿੱਚ ਹੋ ਸਕਦਾ ਕਿ ਹੈਲਪਫੁਲ ਹੋ ਜਾਵੇ, ਪਰ ਅਸੀਂ ਬਹੁਤ ਲੰਮੇ ਸਮੇਂ ਤੋਂ ਮੰਗ ਕਰਦੇ ਪਏ ਸੀ ਕਿ ਇੱਕ ਕਬੱਡੀ ਤੇ ਦੂਸਰਾ ਆਪਾਂ ਕਹਿ ਸਕਦੇ ਹਾਂ ਤੂੰਬੀ, ਮਤਲਬ ਕਿ ਮਿਊਜ਼ਿਕ ਤੇ ਕਬੱਡੀ, ਇਹਨੂੰ ਬਚਾ ਸਕਦੇ ਹੋ ਤਾਂ ਬਚਾ ਲਓ। ਹਾਲੇ ਵੀ ਜੇ ਜੜ ਲੱਭਣ, ਜੜ ਢੂੰਡਣ ਤਾਂ ਬਹੁਤ ਵੱਡੇ ਮਗਰਮੱਛ ਜਿਹੜੇ ਕਿ ਸਫੇਦ ਪੋਸ਼ ਹੈ ਉਹ ਕਹਿ ਲਓ ਕਿ ਨੰਗੇ ਹੋ ਜਾਣਗੇ, ਐਕਸਪੋਜ਼ ਹੋ ਜਾਣਗੇ। ਮਿੰਟੂ ਜੀ, ਰੀਅਲ estate ਦੀਆਂ ਕੀਮਤਾਂ ਜਾਂ ਜ਼ਮੀਨ ਦੀਆਂ ਕੀਮਤਾਂ ਦੇ ਵਿੱਚ ਕਿਵੇਂ ਉਛਾਲ ਆਇਆ ਬੀਤੇ ਸਾਲਾਂ ਦੌਰਾਨ, ਕਿਸੇ ਤੋਂ ਲੁਕੀ ਨਹੀਂ ਗੱਲ, ਪਰ ਪੰਜਾਬ ਦੇ ਵਿੱਚ ਕਿੱਲਾ ਕਿੰਨੇ ਦਾ ਜੀ ਜ਼ਮੀਨ ਦਾ ਇੱਕ ਹੁਣ? ਦੇਖੋ 7 ਅਰਬ ਦਾ ਹੈਗਾ ਲੈਣਾ ਵਿਜੇ ਜੀ। 7 ਅਰਬ ਦਾ ਉਹ ਤਾਂ ਤੁਹਾਨੂੰ ਕੱਟ ਕਰਾ ਦਿਆਂਗੇ। 7 ਅਰਬ ਦਾ ਕਿੱਲਾ। ਦੇਖੋ ਗੱਲ ਇਹ ਹੈ ਕਿ 7 ਅਰਬ ਦਾ ਕਿੱਲਾ ਹੈ ਨਾ, ਵੈਸੇ ਕਿੱਲਾ ਮੈਂ ਜਿਹਦੇ ਤੇ ਬੰਨਦੇ ਹਾਂ, ਮੱਝ ਬੰਨਦੇ ਹਾਂ, ਉਹ ਵੀ ਕਿੱਲਾ ਹੁੰਦਾ ਹੈ।
ਤੇ ਇਹ ਕਿੱਲਾ ਜਿਹੜਾ ਏਕੜ ਜਿਹਨੂੰ ਆਪਾਂ ਆਖ ਦਿੰਦੇ ਆ, 7 ਅਰਬ ਦਾ ਕਿੱਲਾ ਬੰਦੇ ਦੀ ਉਹੀ ਕਹਿ ਲਓ ਕਿ ਜ਼ਬਾਨ ਤਾਲੂਏ ਨਾਲ ਲੱਗ ਜਾਂਦੀ ਹੈ। 7 ਅਰਬ ਦਾ ਕਿੱਲਾ। ਤਾਂ ਖੈਰ ਇਹ ਆ ਕਿ ਮੁੱਲਾਪੁਰ ਦਾਖਾ ਦੇ ਅਧੀਨ ਇੱਕ ਪਿੰਡ ਆ, ਉਸ ਸਬ ਤਹਿਸੀਲ ਦੇ ਅਧੀਨ ਬੜੈਚ, ਤਾਂ ਉੱਥੇ ਜ਼ਮੀਨ ਕਲੈਕਟਰ ਰੇਟ ਅਨੁਸਾਰ ਕਹਿੰਦੇ ਕਿ ਇਸ ਵੇਲੇ ਇੰਡੀਆ ਦੀ ਸ਼ਾਇਦ ਸਭ ਤੋਂ ਮਹਿੰਗੀ ਜ਼ਮੀਨ ਹੋ ਗਈ ਆ। ਦਰਅਸਲ ਕੀ ਹੋਇਆ ਇਸ ਕਹਾਣੀ ਦੇ ਵਿੱਚ, ਇੱਕ ਕਹਿ ਲਓ ਕਿ ਥੋੜੀ ਜਿਹੀ ਮਿਸਟੇਕ ਹੈ ਜਿਹਨੇ ਇਸ ਪਿੰਡ ਦੇ ਵਾਸੀਆਂ ਦਾ ਜੀਣਾ ਦੁੱਭਰ ਕੀਤਾ, ਖਾਸ ਤੌਰ ਤੇ ਜਿਨ੍ਹਾਂ ਨੇ ਰਜਿਸਟਰੀਆਂ ਕਰਵਾਉਣੀਆਂ ਸੀ। ਹੋਇਆ ਕੀ ਆ ਕਿ ਦੱਸਦੇ ਆ ਕਿ ਪਿਛਲੇ ਸਾਲ ਯਾਨੀ 2021-22 ਦਾ ਜਿਹੜਾ ਸਮਾਂ ਸੀਗਾ, 2021-22 ਦਾ ਕਹਿ ਲਈਏ, ਤਾਂ ਬੜੈਚ ਦੀ ਖੇਤੀਬਾੜੀ ਜ਼ਮੀਨ ਦੀ ਰਜਿਸਟਰੀ ਦਾ ਸਰਕਾਰੀ ਰੇਟ 13,68,000 ਰੁਪਏ ਪ੍ਰਤੀ ਏਕੜ ਸੀ। ਰਿਹਾਇਸ਼ੀ ਪਲਾਟ ਦਾ ਰੇਟ 25,000 ਰੁਪਏ ਪ੍ਰਤੀ ਮਰਲਾ ਸੀਗਾ। ਤੇ ਇਹਦੇ ਵਿੱਚ ਵਾਅਦਾ ਕਰਕੇ ਸਾਲ 2022 ਤੇ, ਕਿਉਂਕਿ ਜਿਹੜੇ ਕਲੈਕਟਰ ਰੇਟ ਹੈ ਉਹ ਵੱਧ ਗਏ ਸੀਗੇ, ਤਾਂ ਉਹ ਇਹਨਾਂ ਨੇ ਕਰ ਦਿੱਤਾ 15 ਲੱਖ ਰੁਪਏ ਪ੍ਰਤੀ ਕਿੱਲਾ ਤੇ ਪ੍ਰਤੀ ਮਰਲਾ 28,000। ਤਾਂ ਅੱਛਾ, ਇਹ ਕਲੈਕਟਰ ਰੇਟ ਜਿਹੜੇ ਤੈਅ ਕੀਤੇ ਗਏ, ਪਰ ਕੰਪਿਊਟਰ 'ਚ ਜਦੋਂ ਫੀਡ ਕੀਤਾ ਗਿਆ ਤਾਂ 15 ਲੱਖ ਰੁਪਏ ਪ੍ਰਤੀ ਏਕੜ ਦੀ ਬਜਾਏ ਉਹ 15 ਲੱਖ ਰੁਪਏ ਪ੍ਰਤੀ ਗਜ ਹੋ ਗਿਆ ਫੀਡ ਜੀ। ਤਾਂ ਇਸੇ ਕਰਕੇ ਉਹ ਕੀਮਤ ਇੰਨੀ ਪੈ ਗਈ ਆ ਕਿ 7 ਅਰਬ 26 ਕਰੋੜ ਦਾ ਕਿੱਲਾ ਬਣ ਗਿਆ ਉਹ। ਤਾਂ ਇਹ ਕਹਿੰਦੇ ਕਿ ਬਹੁਤ ਮਹਿੰਗੀ ਜ਼ਮੀਨ ਆ। ਤਾਂ ਖੈਰ ਹੁਣ ਇਹਨੂੰ ਕਦੋਂ ਠੀਕ ਕਰਦੇ ਆ, ਕਦੋਂ ਨਹੀਂ ਠੀਕ ਕਰਦੇ, ਕਿਉਂਕਿ ਉਦੋਂ ਤੱਕ ਜੇ ਕਿਸੇ ਨੇ ਰਜਿਸਟਰੀ ਕਰਾਉਣੀ ਆ, ਫਰਜ਼ ਕਰੋ ਰਜਿਸਟਰੀ ਕਰਾਉਣੀ ਆ, ਤੇ ਉਹ ਤੇ ਬੰਦੇ ਨੂੰ ਇੰਨੀ ਜ਼ਿਆਦਾ ਸਟਾਂਪ ਫੀਸ ਪੈ ਜਾਊਗੀ ਉਹ ਕਲੈਕਟਰ ਰੇਟ ਦੇ ਹਿਸਾਬ ਦੇ ਨਾਲ ਕਿ ਉਹ ਕਿਸੇ ਨੇ ਅੱਧਾ ਕਿੱਲਾ ਜੇ ਖਰੀਦਣੀ ਹੈ ਤਾਂ ਸਾਰੀ ਉਹਨੂੰ ਵੇਚਣੀ ਪਊਗੀ ਰਜਿਸਟਰੀ ਵਾਸਤੇ। ਜੀ ਜੀ। ਇਸ ਹਾਲਤ ਦੇ ਵਿੱਚ ਅਗਲਾ ਕਹਿੰਦਾ ਕਿ ਦਫਾ ਕਰੋ, ਕੀ ਲੈਣਾ ਹੈ, ਰਜਿਸਟਰੀ ਬਾਅਦ ਚ ਕਰਾ ਲਾਂਗੇ। ਪਰ ਹਾਲੇ ਤੱਕ ਜਿਹੜੀ ਇਹ ਤਕਨੀਕੀ ਤੌਰ ਤੇ ਗਲਤੀ ਹੋਈ ਆ, ਇਹ ਦਰੁਸਤ ਨਹੀਂ ਹੋਈ। ਤੇ ਅਫਸਰ ਕਹਿੰਦੇ ਆ ਕਿ ਬਹੁਤ ਜਲਦੀ ਅਸੀਂ ਕਰਵਾ ਲਵਾਂਗੇ, ਪਰ 7 ਅਰਬ ਦਾ ਕਿੱਲਾ ਪੰਜਾਬ 'ਚ ਇੱਕ ਵਾਰੀ ਹੋ ਗਿਆ ਜੇ, ਇਹ ਗੱਲ ਮੰਨਣੀ ਪਊਗੀ। ਨਹੀਂ, ਅਫਸਰ ਕਹਿੰਦੇ ਕਰਾ ਲਾਂਗੇ, ਕਾਗਜ਼ਾਂ ਦੇ ਵਿੱਚ ਠੀਕ ਦਰੁਸਤ ਕਰਾ ਲਾਂਗੇ ਕਿ ਕਿੱਲਾ ਹੀ 7 ਅਰਬ ਦਾ ਕਰਾ ਲਾਂਗੇ? ਨਹੀਂ, ਉਹ ਰਜਿਸਟਰੀ ਨਹੀਂ ਕਰਾਉਣਗੇ। ਮਤਲਬ ਇਹ ਆ ਕਿ ਕਹਿੰਦੇ ਦਰੁਸਤ ਕਰ ਦੇਵਾਂਗੇ ਇਸ ਗਲਤੀ ਨੂੰ ਅਸੀਂ। ਜੀ ਮਿੰਟੂ ਜੀ, ਪੰਜਾਬ ਸਰਕਾਰ ਦੀ ਜਿਹੜੀ ਨਵੀਂ ਖੇਤੀ ਵਾਲੀ ਨੀਤੀ ਆ, ਉਹਦੇ ਵੱਲ ਨੂੰ ਹੁਣ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਨੇ। ਕੀ ਹੋਏਗਾ ਇਸ ਨਵੀਂ ਖੇਤੀ ਨੀਤੀ ਦੇ ਵਿੱਚ? ਦੇਖੋ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸੁਨੀਲ ਜਾਖੜ ਹਾਰ ਗਏ ਸਨ ਤਾਂ ਇਹਨਾਂ ਦਾ ਵੈਸੇ ਤਾਂ ਉਹਦਾ ਮਰਤਬਾਰ ਜਿਹੜਾ ਹੈ ਉਹ ਰਿਹਾ, ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਹਦੇ ਵਿੱਚ ਵੀ ਇੱਕ ਨਾਮ ਸੀਗਾ ਸੁਨੀਲ ਜਾਖੜ ਦਾ, ਤਾਂ ਇਹਨਾਂ ਦੇ ਭਤੀਜੇ ਨੂੰ ਵੀ ਸ਼ਾਮਲ ਕੀਤਾ ਗਿਆ ਸੀਗਾ। ਜਿਹੜਾ ਸਾਡਾ ਇੱਥੇ ਕਿਸਾਨ ਕਮਿਸ਼ਨ ਆ, ਉਹਦੇ ਵਿੱਚ ਉਹਨਾਂ ਨੂੰ ਲਾਇਆ ਗਿਆ ਸੀਗਾ ਤੇ ਉਹਨਾਂ ਨੇ ਬਿਨਾਂ ਤਨਖਾਹ ਤੋਂ ਕੰਮ ਕੀਤਾ ਸੀਗਾ ਜੀ। ਮਤਲਬ ਕਿ ਯੰਗ ਸੀ, ਉਹਨਾਂ ਦੇ ਜ਼ਿੰਮੇ ਇਹ ਗੱਲ ਲਾਈ ਗਈ ਸੀ ਕਿ ਤੁਸੀਂ ਬਈ ਖੇਤੀ ਨੀਤੀ ਦਾ ਖਾਕਾ ਤਿਆਰ ਕਰੋ। ਉਸ ਨੌਜਵਾਨ ਨੇ ਚੰਗੀ ਮਿਹਨਤ ਕੀਤੀ। ਮੈਂ ਕਹਾਂ ਹਰੇਕ ਨੇਤਾ ਨੂੰ ਵੰਡੀ ਜਾਣਾ ਚੰਗਾ ਨਹੀਂ ਹੁੰਦਾ। ਅੱਛਾ ਕੰਮ ਕੀਤਾ ਉਹਨਾਂ ਨੇ, ਵਧੀਆ ਸਿਫਾਰਸ਼ਾਂ ਜਿਹੜੀਆਂ ਸੀ ਉਹ ਕਰ ਦਿੱਤੀਆਂ। ਉਹਦੇ ਚ ਕੀ ਸੀ ਕਿ ਤੁਹਾਨੂੰ ਇੱਛਾ ਸ਼ਕਤੀ ਵਿਖਾਉਣੀ ਪੈਣੀ ਸੀ। ਇੱਛਾ ਸ਼ਕਤੀ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਹੈ ਨਾ। ਕੋਈ ਵੀ ਗੋਲ ਅਚੀਵ ਕਰਨਾ ਤਾਂ ਇੱਛਾ ਸ਼ਕਤੀ ਰੱਖਣੀ ਬਹੁਤ ਜ਼ਰੂਰੀ ਆ। ਪਰ ਇਹਨਾਂ ਦੀ ਨਾ ਇੱਛਾ ਸੀ ਤੇ ਨਾ ਹੀ ਇਹਨਾਂ ਚ ਸ਼ਕਤੀ ਸੀ। ਉਸ ਟਾਈਮ ਸਾਰਾ ਕੁਛ ਹੀ ਹੈ ਜਿਹੜਾ ਉਹ ਇਹਨਾਂ ਦਾ ਖੜਕਦਾ ਪਿਆ ਸੀਗਾ। ਤੋ ਖੈਰ ਉਹ ਵਿੱਚ ਹੀ ਰਹਿ ਗਿਆ। ਮਸੌਦਾ ਜਿਹੜਾ ਉਹਨੇ ਤਿਆਰ ਕੀਤਾ, ਮਿਹਨਤ ਕੀਤੀ, ਬਹੁਤ ਕੁਝ ਸੀਗਾ ਉਹਦੇ ਚ, ਡਾਇਵਰਸੀਫਿਕੇਸ਼ਨ ਬਾਬਤ, ਸਿੰਜਾਈ ਦੀ ਨਵੀਂ ਤਕਨੀਕ ਬਾਬਤ, ਆ ਜਿਹੜੀ ਬਿਜਲੀ ਸਬਸਿਡੀ ਆ ਇਹਦੀ ਵੀ ਰਿਫਾਰਮਸ ਦੀ ਗੱਲ ਕੀਤੀ ਗਈ ਸੀ ਕਿ ਬੇਲੋੜੀ ਬਿਜਲੀ ਸਬਸਿਡੀ ਜਿਹੜੀ ਬੰਦ ਕੀਤੀ ਜਾਵੇ, ਮਤਲਬ ਕਿ ਜਿਹੜਾ ਲੋੜਵੰਦ ਆ ਉਹਦੇ ਤੱਕ ਤੇ ਪਹੁੰਚਾਓ। ਮਤਲਬ ਕਿ ਇਸ ਤਰ੍ਹਾਂ ਖਾਸਾ ਕੁਝ ਸੀਗਾ। ਉਦੋਂ ਬੜੀ ਚਰਚਾ ਹੋਈ ਉਹਦੇ ਤੇ। ਚਲੋ ਸਰਕਾਰ ਗਈ ਤਾਂ ਬਾਤ ਗਈ, ਜਿਵੇਂ ਆਪਾਂ ਕਹਿੰਦੇ ਨੇ ਰਾਤ ਗਈ ਤੇ ਬਾਤ ਗਈ। ਇੱਥੇ ਸਰਕਾਰ ਗਈ ਤੇ ਉਹ ਬਹਾਰ ਗਈ ਜੀ। ਹੁਣ ਆਈ ਹੈ ਨਵੀਂ ਸਰਕਾਰ, ਹਨਾ, ਇਸ਼ਕ ਦੀ ਨਵੀਂ ਬਹਾਰ ਤੇ ਇੱਥੇ ਲੋਕਾਂ ਦੀ ਨਵੀਂ ਸਰਕਾਰ। ਇਹਨਾਂ ਨੇ ਹੁਣ ਫੇਰ ਦੁਬਾਰ ਤੋਂ ਖੇਤੀ ਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਅੱਛਾ, ਇਹ ਪਿੱਛੇ ਜੇ ਰੌਲਾ ਪਿਆ ਸੀ ਪੰਜਾਬੀਆਂ ਨੂੰ ਬੇਵਕੂਫ ਕਹਿ ਦਿੱਤਾ ਇਹਨਾਂ ਦੇ ਇੱਕ ਵਜ਼ੀਰ ਨੇ, ਡਾਕਟਰ ਇੰਦਰਵੀਰ ਸਿੰਘ ਨਿੱਜਰ ਹੋਰਾਂ ਨੇ, ਬੜਾ ਰੌਲਾ ਪਿਆ। ਪਰ ਬੇਸਿਕਲੀ ਉਹਨਾਂ ਦੀ ਗੱਲ ਦਾ ਜਿਹੜਾ ਮਜ਼ਮੂਨ ਸੀ, ਜੋ ਗੱਲ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੇਂਦਰੀ ਭਾਵ ਸੀ, ਉਹ ਤਾਂ ਆਈਓ ਸੀਗਾ ਨਾ। ਹੁਣ ਸਾਡੇ ਤੇ ਕੀ ਹੈ, ਕੰਟਰੋਵਰਸੀ ਇੰਨੀ ਵੱਡੀ ਹੋ ਜਾਂਦੀ ਹੈ ਕਿ ਕਈ ਵਾਰ ਜਿਹੜਾ ਬੁਨਿਆਦੀ ਨੁਕਤਾ ਹੁੰਦਾ ਉਹ ਪਿੱਛੇ ਰਹਿ ਜਾਂਦਾ ਹੈ ਜੀ ਜੀ।
ਤਾਂ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਸੀ ਕਿ ਅਸੀਂ ਕਣਕ ਤੇ ਚੌਲਾਂ ਦੇ ਪਿੱਛੇ ਪੈ ਕੇ ਬਰਬਾਦ ਹੋ ਰਹੇ ਹਾਂ। ਤਾਂ ਉੱਥੇ ਉਹਨਾਂ ਨੇ ਸ਼ਬਦ ਇਸਤੇਮਾਲ ਕਰ ਦਿੱਤਾ ਜਿਹੜਾ ਕਿ ਕਰਨਾ ਨਹੀਂ ਸੀ ਚਾਹੀਦਾ। ਉਹ ਕਹਿ ਸਕਦੇ ਕਿ ਅਸੀਂ ਅਣਜਾਣਪੁਣੇ 'ਚ ਕਰ ਰਹੇ ਹਾਂ ਜਾਂ ਕੁਝ ਵੀ ਕਹਿ ਸਕਦੇ ਹਾਂ ਆਪਾਂ, ਜਾਂ ਲਾਲਚ ਵਸ ਹੋ ਕੇ ਅਸੀਂ ਇਹ ਕੁਝ ਕਰ ਰਹੇ ਹਾਂ। ਤਾਂ ਉਹ ਸ਼ਾਇਦ ਸ਼ਬਦ ਜਿਹੜੇ ਆ ਉਹ ਚੋਣ ਦੇ ਪੱਖ ਤੋਂ ਠੀਕ ਰਹਿੰਦੇ, ਪਰ ਉਹਨਾਂ ਦਾ ਜਿਹੜਾ ਮੌਜੂਦ ਸੀਗਾ ਉਹ ਫਿਰ ਪਿੱਛੇ ਹੀ ਰਹਿ ਗਿਆ ਤੇ ਉਹ ਗੱਲ ਜਿਹੜੀ ਅੱਗੇ ਦੂਜੀ ਵੱਧ ਗਈ। ਤਾਂ ਹੁਣ ਉਸ ਤੋਂ ਬਾਅਦ ਖੇਤੀ ਮੰਤਰੀ ਜਿਹੜੇ ਕੁਲਦੀਪ ਸਿੰਘ ਧਾਲੀਵਾਲ, ਇਹਨਾਂ ਨੇ ਸੰਕੇਤ ਦਿੱਤੇ ਆ ਕਿ ਮਾਰਚ ਦੇ ਤੱਕ ਸਾਡੀ ਜਿਹੜੀ ਨਵੀਂ ਖੇਤੀ ਪਾਲਿਸੀ ਆ ਉਹ ਸ਼ਾਇਦ ਆ ਜਾਏਗੀ। ਤਾਂ ਉਹਦੇ 'ਚ ਉਹੀ ਹੈ, ਇਹ ਕਹਿ ਰਹੇ ਨੇ ਕਿ ਕਣਕ ਝੋਨੇ ਦੇ ਮਾਡਲ ਨੇ ਬਰਬਾਦ ਕਰ ਦਿੱਤਾ ਜ਼ਮੀਨ ਨੂੰ, ਪਾਣੀ ਜਿਹੜਾ ਖਤਮ ਹੋਣ ਦੇ ਕਗਾਰ ਤੇ ਆ। ਤਾਂ ਕਿਰਤੀ ਕਿਸਾਨ ਸੰਗਠਨ ਇੱਕ ਉਹਨਾਂ ਦਾ ਵੀ ਟਿਕਾਊ ਖੇਤੀ ਦਾ ਡਰਾਫਟ ਆ। ਤਾਂ ਮੁੱਢਲੇ ਤੌਰ ਤੇ ਜਿੰਨੀ ਕੁ ਮੈਨੂੰ ਸਮਝ ਪੈ ਰਹੀ ਹੈ ਉਹ ਇਹ ਆ ਕਿ ਇਹ ਦੋ ਤਰ੍ਹਾਂ ਦਾ ਤਾਣਾ ਬਾਣਾ ਹੋਏਗਾ ਜੀ। ਮਤਲਬ ਕਿ ਜਿਹੜੀ ਇਹਨਾਂ ਦੀ ਖੇਤੀ ਪਾਲਿਸੀ ਉਹ ਦੋ ਤਰ੍ਹਾਂ ਨਾਲ, ਉਹਨੂੰ ਆਪਾਂ ਦੋ ਖੰਡਾਂ 'ਚ ਵੰਡ ਸਕਦੇ ਹਾਂ, ਦੋ ਭਾਗਾਂ 'ਚ ਵੰਡ ਸਕਦੇ ਹਾਂ। ਕਿ ਇੱਕ ਤੇ ਜੋ ਆਪਣਾ ਪ੍ਰਚਲਿਤ ਹੈ ਇਸ ਟਾਈਮ ਜੋ ਚੱਲ ਰਿਹਾ ਖੇਤੀ ਮਾਡਲ, ਕਿ ਇੱਕ ਤਾਂ ਇਹਨੂੰ ਵੀ ਵਧਾਇਆ ਜਾਵੇ। ਕਿਉਂਕਿ ਦੇਖੋ ਸ਼੍ਰੀਲੰਕਾ ਦੀ ਮਿਸਾਲ ਆਪਣੇ ਸਾਹਮਣੇ ਹੈ ਨਾ, ਕਿ ਜਿਵੇਂ ਉਹਨਾਂ ਨੇ ਯਕਦਮ ਜਿਹੜੀ ਕੈਮੀਕਲ ਫਰਟੀਲਾਈਜ਼ਰ ਵਾਲੀ ਜਿਹੜੀ ਖੇਤੀ ਸੀ ਉਹਦੇ ਤੋਂ ਜਿਵੇਂ ਹੀ ਉਹਨਾਂ ਨੇ ਦੂਸਰੇ ਪਾਸੇ ਸ਼ਿਫਟ ਮਾਰਿਆ ਆਰਗੈਨਿਕ ਖੇਤੀ ਵੱਲ, ਤਾਂ ਉਹਨਾਂ ਨੂੰ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਬਿਲਕੁਲ। ਤਾਂ ਇਹ ਵੀ ਇੱਕ ਸਮੱਸਿਆ ਹੁੰਦੀ ਹੈ। ਤਾਂ ਇਹ ਇੱਕ ਤਾਂ ਇਹ ਸੋਚ ਕੇ ਚੱਲ ਰਹੇ ਨੇ, ਜਿੰਨਾ ਕੁ ਮੈਨੂੰ ਇਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਹੋਇਆ ਕਿ ਇੱਕ ਤੇ ਇਹ ਮਾਡਲ ਹੈ ਜਿਹੜਾ ਇਹਨੂੰ ਵੀ ਸਪੋਰਟ ਕਰੀ ਚੱਲੀਏ, ਤੇ ਦੂਸਰੇ ਪਾਸੇ ਜਿਹੜਾ ਇੱਕ ਕੁਦਰਤੀ ਖੇਤੀ ਦਾ ਮਾਡਲ ਆ ਜਿਹੜਾ ਕਿ ਸਾਡੇ ਵਾਸਤੇ ਕਹਿ ਲਓ ਕਿ ਬਾਬਾ ਨਾਨਕ ਜੀ ਦੇ ਆਸ਼ੀਰਵਾਦ ਤੋਂ ਬਾਅਦ ਸਾਡੇ ਤੱਕ ਪਹੁੰਚਿਆ। ਗੁਰੂ ਨਾਨਕ ਜੀ ਨੇ ਆਪ ਵੀ ਖੇਤੀ ਕੀਤੀ ਹੈ ਨਾ, ਕਿ ਉਹ ਕੁਦਰਤ ਪੱਖੀ ਜਿਹੜਾ ਖੇਤੀ ਮਾਡਲ ਹੈ। ਕੁਦਰਤ ਪੱਖੀ ਖੇਤੀ ਕਿ ਜ਼ਮੀਨ ਦੇ ਥੱਲੇ ਵੀ ਜੀਵ, ਜ਼ਮੀਨ ਦੇ ਉੱਤੇ ਵੀ ਜੀਵ, ਰੁੱਖਾਂ ਦੇ ਉੱਤੇ ਬੈਠੇ, ਮਲ ਮੂਤਰ ਹੀ ਚਾਹੀਦਾ ਧਰਤੀ ਨੂੰ, ਬਾਕੀ ਸਭ ਕੁਝ ਆਪ ਹੀ ਦੇਵੇਗੀ ਜੀ। ਤਾਂ ਉਹ ਜਿਹੜਾ ਕੁਦਰਤ ਦਾ ਸਾਈਕਲ ਅਸੀਂ ਤੋੜਿਆ, ਇਹ ਸ਼ਾਇਦ ਉਹਦੀ ਵੀ ਗੱਲ ਕਰ ਰਹੇ ਨੇ ਕਿ ਨਾਲ ਉਹਨੂੰ ਵੀ ਵਧਾਇਆ ਜਾਵੇ ਤੇ ਨਾਲ ਇਹਨੂੰ ਵੀ ਖੜਿਆ ਜਾਵੇ, ਯਾਨੀ ਇੱਕ ਬੈਲੈਂਸ ਬਣਾ ਕੇ ਤੋਰੀਏ। ਪਰ ਉਹਦੇ 'ਚ ਮੇਰਾ ਮੰਨਣਾ ਇਹ ਆ ਕਿ ਦੇਖੋ ਤੁਹਾਨੂੰ ਜਿਹੜੇ ਹੈਗੇ ਨੇ ਕਿਸਾਨ ਆਗੂ, ਉਹਨਾਂ ਨੂੰ ਨਾਲ ਲੈ ਲੈਣਾ ਚਾਹੀਦਾ, ਕਿਉਂਕਿ ਕੱਲ ਨੂੰ ਸਭ ਤੋਂ ਪਹਿਲਾਂ ਰੌਲਾ ਇਹਨਾਂ ਨੇ ਪਾਉਣਾ ਹੈ ਜੀ। ਔਰ ਦੂਜੀ ਗੱਲ ਆ ਕਿ ਜਿੱਥੇ ਵੀ ਜ਼ਰੂਰਤ ਹੈ ਕੰਮ ਕਰਨ ਦੀ, ਕਿਉਂਕਿ ਪੰਜਾਬ ਦੀ ਹੋਣ ਦਾ ਅਸਲ ਮਾਮਲਾ ਇਹ ਆ, ਮਿੱਟੀ ਸਾਡੀ ਖਰਾਬ ਹੋ ਰਹੀ ਹੈ, ਹਵਾ ਸਾਡੀ ਖਰਾਬ ਹੋ ਰਹੀ ਹੈ, ਪਾਣੀ ਸਾਡਾ ਮੁੱਕ ਰਿਹਾ ਵਾ, ਕਿ ਜਿੱਥੇ ਵੀ ਲੱਗਦਾ ਹੈ ਕਿ ਚੋਟ ਥੋੜੀ ਸਖਤਾਈ ਨਾਲ ਕਰਨ ਦੀ ਲੋੜ ਆ। ਦਵਾਈ ਜਿਹੜੀ ਹੈ ਉਹ ਕਈ ਵਾਰ ਆਪਾਂ ਦੇਖਦੇ ਹਾਂ ਨਾ, ਮਾਂ ਬੱਚੇ ਦਾ ਮੂੰਹ ਅੱਡ ਕੇ ਤੇ ਚਮਚੇ ਨਾਲ ਜ਼ਬਰਦਸਤੀ ਪਿਆ ਦਿੰਦੀ ਹੈ, ਕਿ ਜਿੱਥੇ ਜ਼ਰੂਰਤ ਹੈ ਉੱਥੇ ਫਿਰ ਥੋੜਾ ਸਖਤਾਈ ਵਾਲਾ ਕਦਮ ਵੀ ਚੁੱਕਣਾ ਚਾਹੀਦਾ ਹੈ ਜੀ। ਕਿਉਂਕਿ ਦੂਰਗਾਮੀ ਨਤੀਜੇ ਤੇ ਫਿਰ ਇਸੇ ਤਰ੍ਹਾਂ ਹੀ ਬਣਦੇ ਆ। ਤੇ ਜੇ ਉਹੀ ਕੰਮ ਕਰਨਾ ਆ ਕੈਪਟਨ ਵਾਂਗੂ ਸਾਰਾ ਕੁਝ ਕਰਾ ਕੇ ਉਹਨਾਂ ਦੀ ਮਿਹਨਤ ਤੇ ਮੁੜ ਕੇ ਤੁਸੀਂ ਠੁੱਡਾ ਹੀ ਮਾਰ ਦੇਣਾ, ਉਹਦੇ ਨਾਲ ਤੇ ਨਾ ਹੀ ਕਰੋ ਚੰਗਾ। ਵੈਸੇ ਮੋਦੀ ਸਰਕਾਰ ਵੀ ਇਸ ਪਾਸੇ ਵੱਧ ਰਹੀ ਆ। 2023 ਵਾਲਾ ਜਿਹੜਾ ਸਾਲ ਆ ਉਹ ਮੋਟੇ ਨਾਜ ਨੂੰ ਸਮਰਪਿਤ ਸਾਲ ਦੇ ਤੌਰ ਤੇ ਮਨਾਉਣ ਜਾ ਰਹੇ ਆ। ਤੇ ਮਿੰਟੂ ਜੀ ਇਹ ਦੱਸਿਓ, ਜਿਹੜੇ ਰਾਜਾਂ ਵੱਲੋਂ ਸਟੇਟਸ ਵੱਲੋਂ ਕਰਜ਼ਾ ਚੁੱਕਿਆ ਜਾ ਰਿਹਾ ਹੈ, ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਸਟੇਟਸ ਨੂੰ ਚੇਤਾਵਨੀ ਦਿੱਤੀ ਹੈ, ਕੀ ਕਹਿ ਰਹੇ ਨੇ RBI ਵਾਲੇ? ਵੇਖੋ, ਰਿਜ਼ਰਵ ਬੈਂਕ ਆਫ ਇੰਡੀਆ ਦਾ ਤਾਂ ਸਿੱਧੇ ਤੌਰ ਤੇ ਪੰਜਾਬ ਨੂੰ ਸੰਕੇਤ ਹੈ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਰਾਜ ਆ, ਜਦੋਂ ਆਪਾਂ ਰਾਜਾਂ ਦੀ ਗੱਲ ਕਰਦੇ ਹਾਂ ਵਿਜੇ ਜੀ, ਤਾਂ ਆਪਾਂ ਨੂੰ ਟੌਪਰ ਮੰਨ ਲਓ ਪੰਜਾਬ ਨੂੰ, ਕਿ ਆਪਾਂ ਟੌਪ ਤੇ ਆ। ਮਤਲਬ GDP ਨੂੰ ਤੁਸੀਂ ਸਾਰੇ ਹੀ ਸਮਝਦੇ ਹੋ, ਤਾਂ GDP ਦਾ ਜਿਹੜਾ ਵੱਡਾ ਹਿੱਸਾ ਹੈ ਜਿਹੜਾ ਇਹ ਉਹ ਰਾਜ ਨੇ ਜਿਨ੍ਹਾਂ ਦਾ GDP ਦਾ ਕੁੱਲ ਮਤਲਬ ਕਿ 30% ਹਿੱਸਾ ਕਰਜ਼ੇ ਹੇਠ ਚਲਾ ਜਾਏਗਾ ਜੀ। ਫਰਜ਼ ਕਰੋ ਜੇ ਸਾਡਾ 5 ਲੱਖ ਕਰੋੜ ਦਾ ਸਾਈਜ਼ ਹੈ GDP ਦਾ, ਤਾਂ ਜਾਨੀ ਸਾਡਾ ਕਰਜ਼ਾ ਕਿੰਨਾ ਹੋ ਗਿਆ? 2.5 ਲੱਖ ਕਰੋੜ ਹੈ। ਤਾਂ ਉਦਾਂ ਹੀ ਹੈ ਇਹ ਸਾਰੇ ਰਾਜਾਂ ਦਾ ਮਿਲਾ ਕੇ। ਤਾਂ ਇਹਦੇ ਵਿੱਚ ਰਾਜ ਜਿਹੜੇ ਆ ਤੇਲੰਗਾਨਾ, ਉਹ ਵੀ ਕਾਫੀ ਆਫਰਾਂ ਦਿੰਦਾ ਹੈ ਨਾ, ਕਾਫੀ ਉਹਨਾਂ ਦਾ ਕੇਸ ਹੀ ਆ ਰਿਹਾ ਜਿਹੜਾ, ਕਾਫੀ ਉਹਦੀਆਂ ਵੀ ਹੁੰਦੀਆਂ ਨੇ ਲੋਕ ਲਵਾਉ ਨੀਤੀਆਂ। ਸੈਕੰਡ ਤੇ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ, ਕੇਰਲ। ਇਹ ਮਤਲਬ ਕਿ ਇਸ ਤਰ੍ਹਾਂ ਦੇ ਸਟੇਟ ਇਹਨਾਂ ਨੇ ਇੱਕ ਰਿਪੋਰਟ ਦੇ ਵਿੱਚ ਰੱਖਿਆ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਨੇ, ਸਟੇਟ ਦੀਆਂ ਪ੍ਰਾਪਰਟੀਆਂ ਵਾਲੇ ਨੇ, ਪਾਰਕ, ਹਸਪਤਾਲ, ਸਰਕਾਰੀ ਭਵਨ, ਜ਼ਮੀਨਾਂ ਇਤਿਆਦਿਕ ਗਹਿਣੇ ਰੱਖ ਦਿੱਤੀਆਂ। ਤਾਂ ਉਹਦੇ ਬਾਰੇ ਰਿਪੋਰਟ ਆ ਕਿ ਦੇਖੋ ਗੱਲ ਕੀ ਹੈ ਕਿ ਜਿਹੜਾ ਸਾਡਾ GDP ਵਾਲਾ ਕੈਪ ਆ ਕਿ ਕੋਈ ਵੀ ਸਟੇਟ ਜਿੰਨਾ ਵੀ GDP ਹੈ ਤੁਹਾਡਾ 3.5% ਕਰਜ਼ਾ ਉਹਦਾ ਬਾਜ਼ਾਰ ਚੋਂ ਲੈ ਸਕਦਾ ਹੈ, ਇਹ ਤੋਂ ਵਧੇਰੇ ਨਹੀਂ ਹੈ। ਪਰ ਇਹਨਾਂ ਨੇ ਕੀ ਰਸਤਾ ਕੱਢਿਆ ਕਿ ਇਸ ਤਰ੍ਹਾਂ ਦਾ ਲੁਕਵਾਂ ਕਰਜ਼ਾ ਜਿਹੜਾ ਕਿ ਬਜਟ ਦੇ ਵਿੱਚ ਦਿਖਾਉਂਦੇ ਹੀ ਨਹੀਂ ਹੈ ਜੀ, ਕਿ ਆਪਣੇ ਅਸਾਸੇ ਗਹਿਣੇ ਪਾਏ, ਉਸ ਤੋਂ ਬਾਅਦ ਕਰਜ਼ਾ ਲੈ ਲਿਆ, ਕੰਮ ਚਲਾਇਆ, ਚਲੋ ਠੀਕ ਠਾਕ ਹੈ, 7 ਵਚਨ ਆ।
ਤੇ ਕਹਿੰਦੇ ਕਿ ਇਹ ਇੱਕ ਖਤਰਨਾਕ ਸਿਚੁਏਸ਼ਨ ਹੈ ਇਸ ਵੇਲੇ ਕਿ ਜਿੱਦਾਂ ਪੰਜਾਬ ਨੂੰ ਟੌਪਰ ਹੀ ਗਿਣੇ ਹੋਏ ਇਸ ਮਾਮਲੇ 'ਚ, ਕਿਉਂਕਿ ਆਪਣਾ GDP ਦਾ ਤਾਂ ਆਲਮੋਸਟ ਲਾ ਲਓ ਤਾਂ 45% ਕਰਜ਼ਾ ਹੀ ਆ ਜੀ, ਮੋਟੇ ਤੌਰ ਤੇ ਲਾ ਲਓ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰਾ ਹੋਣ ਜਾ ਰਿਹਾ। ਤਾਂ ਸਾਨੂੰ ਦੂਸਰਾ ਸ੍ਰੀਲੰਕਾ ਵੀ ਕਿਹਾ ਜਾ ਰਿਹਾ। ਪਿਛਲੇ ਜੇ ਤੁਸੀਂ ਮਈ ਜੂਨ ਦੀਆਂ ਮੀਟਿੰਗਾਂ ਦੇਖੋ ਤਾਂ ਉਹਦੇ 'ਚ ਸਾਨੂੰ ਨੈਕਸਟ ਸ੍ਰੀਲੰਕਾ ਦਾ ਖਦਸ਼ਾ ਦਿੱਤਾ ਗਿਆ ਸੀਗਾ ਕਿ ਸ਼ਾਇਦ ਹੋ ਸਕਦਾ ਕਿ ਅਗਲਾ ਸ੍ਰੀਲੰਕਾ ਵਾਲਾ ਹਾਲ ਹੋ ਜਾਵੇ ਇਹਨਾਂ ਦਾ, ਇੰਨਾ ਜ਼ਿਆਦਾ ਸਾਡਾ ਇਸ ਪੱਖੋਂ ਮਾੜਾ ਹਾਲ ਆ। ਤਾਂ ਖੈਰ ਇਹ ਉਹ ਸਟੇਟਾਂ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਉਹ 2 ਸਾਲਾਂ ਦੇ ਵਿੱਚ ਇਹ ਆਪਣੀਆਂ ਸਰਕਾਰੀ ਜਾਇਦਾਦਾਂ ਜਿਹੜੀਆਂ ਸੀਗੀਆਂ ਉਹ ਗਹਿਣੇ ਰੱਖ ਕੇ ਲਿਆ। ਤਾਂ ਸਾਡਾ ਟੋਟਲ 2 ਸਾਲਾਂ ਦੇ ਵਿੱਚ 2900 ਕਰੋੜ ਰੁਪਈਆ ਬਣਦਾ ਹੈ, ਜਿਹੜਾ ਅਸੀਂ ਇਸ ਤਰ੍ਹਾਂ ਮਤਲਬ ਕਿ ਸਰਕਾਰੀ ਹਸਪਤਾਲ ਤੀਕ ਜਾਂ ਪਾਰਕ ਜੋ ਵੀ ਉਹ ਵਿੱਚ ਆ ਗਿਆ ਸਾਰਾ ਕੁਝ, ਕਿ ਅਸੀਂ ਆਪਣੇ ਅਸਾਸੇ ਜਿਹੜੇ ਉਹ ਗਹਿਣੇ ਰੱਖ ਕੇ ਲੈ ਰਹੇ ਹਾਂ। ਵੈਸੇ ਅਕਾਲੀਆਂ ਨੇ ਕੰਮ ਸ਼ੁਰੂ ਕੀਤਾ ਸੀ, ਜੇਲ੍ਹ ਖਾਨਾ ਕੀ, ਪਾਗਲਖਾਨਾ ਕੀ, ਕਾਰਖਾਨਾ ਕੀ, ਕਾਫੀ ਕੁਝ ਗਿਰਵੀ ਰੱਖਿਆ ਸੀ, ਗਹਿਣੇ ਰੱਖਿਆ ਸੀਗਾ। ਪਰ ਹੁਣ ਤੇ ਖਾਨਾ ਹੀ ਖਰਾਬ ਹੋਇਆ ਪਿਆ ਕਿ ਸਰਕਾਰੀ ਹਸਪਤਾਲਾਂ ਤੱਕ ਵੀ ਪਹੁੰਚਿਆ ਜਾਂਦਾ ਕੰਮ। ਔਰ ਤੁਹਾਨੂੰ ਮੈਂ ਦੱਸਾਂ ਦਿਲਚਸਪ ਗੱਲ ਆ ਜਿਹੜੀ RDF ਦਾ ਰੌਲਾ ਪੈਂਦਾ, ਰੂਰਲ ਡਿਵੈਲਪਮੈਂਟ ਫੰਡ, ਸਾਨੂੰ ਦਿਹਾਤੀ ਵਿਕਾਸ ਫੰਡ ਜਿਹੜਾ ਪਾਉਂਦੇ ਆ ਕਿ ਸਰਕਾਰ ਨਹੀਂ ਦੇ ਰਹੀ। ਦਿਲਚਸਪ ਗੱਲ ਇਹ ਆ ਕਿ ਇਹਨਾਂ ਨੇ ਇਹਦੇ ਤੇ ਵੀ ਕਰਜ਼ਾ ਲੈ ਰੱਖਿਆ ਮੰਡੀ ਬੋਰਡ ਦੇ। ਤਾਂ ਹੁਣ ਉਸ ਰੂਰਲ ਡਿਵੈਲਪਮੈਂਟ ਫੰਡ ਦੇ ਨਾਲ ਇਹ ਵਿਆਜ ਦਿੰਦੇ ਨੇ, ਕਿਉਂਕਿ ਤੁਹਾਨੂੰ ਯਾਦ ਹੋਏਗਾ ਇਹਨਾਂ ਨੇ ਕਰਜ਼ ਮਾਫੀ ਸਕੀਮ ਲੈ ਆਂਦੀ ਸੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਹਿਸਾਬ ਲਾ ਲਓ ਕਿ ਇਹਨਾਂ ਨੇ ਉਹ ਪੈਸਾ ਮੰਡੀ ਬੋਰਡ ਤੇ ਚੱਕਿਆ, ਤਾਂ ਉਹਦੇ ਨਾਲ ਕਿਸਾਨਾਂ ਦਾ ਕਰਜ਼ਾ ਮਾਫ। ਹੁਣ ਦੱਸੋ ਕਿ ਇਹਦੇ ਚ ਕੀ ਭਲਾ ਹੋਇਆ ਸਾਡਾ? ਇੱਕ ਪਾਸੇ ਥੋੜਾ ਜਿਹਾ ਕਰਜ਼ਾ ਮਾਫ ਹੋ ਗਿਆ, ਪਰ ਬਹੁਤ ਸਾਰਾ ਕਰਜ਼ਾ ਸਾਡੇ ਸਟੇਟ ਤੇ ਚੜ ਗਿਆ। ਤਾਂ ਇਸ ਕਰਕੇ ਇਹ ਜਿਹੜੀਆਂ ਲੋਕ ਲਵਾਊ ਯੋਜਨਾਵਾਂ ਨੇ ਇਹ ਸਾਡਾ ਪੱਠਾ ਬਿਠਾ ਰਹੀਆਂ ਨੇ। ਹਾਲਾਂਕਿ ਠੀਕ ਹੈ, ਜਿੱਥੇ ਵੈਲਫੇਅਰ ਦਾ ਕੰਮ ਕਰਨ ਦੀ ਜ਼ਰੂਰਤ ਹੈ, ਜਿੱਥੇ ਲੋੜਵੰਦ ਆ, ਉਹਦੇ ਤੱਕ ਡਾਇਰੈਕਟ ਸਬਸਿਡੀ ਜਾਂ ਡਾਇਰੈਕਟ ਰਿਆਇਤ ਜਾਣੀ ਚਾਹੀਦੀ ਆ। ਪਰ ਜਿਹੜੀ ਬੇਲੋੜੀ ਆ ਜਾਂ ਕਹਿ ਲਓ ਕਿ ਸਿਆਸਤ ਦੀ ਗਰਜ ਵਾਲੀ ਹੈ, ਤਾਂ ਉਹ ਤਾਂ ਫਿਰ ਮਾਰੇਗੀ ਇੱਕ ਦਿਨ। ਬਿਲਕੁਲ ਮਿੰਟੂ ਜੀ ਇੱਕ ਗੱਲ ਇਹ ਦੱਸਿਓ ਵੀ ਕਹਿੰਦੇ ਭਾਰਤੀਆਂ ਨੂੰ ਹੁਣ ਜਰਮਨੀ ਦੇ ਵਿੱਚ ਜ਼ਿਆਦਾ ਮੌਕੇ ਮਿਲਣਗੇ, ਜਰਮਨੀ ਵੱਲੋਂ ਕੋਈ ਨਵੀਂ ਨੀਤੀ ਐਲਾਨੀ ਗਈ ਹੈ ਜੀ? ਬਿਲਕੁਲ, ਇਹਨਾਂ ਦਾ ਇੱਕ ਸਮਝੌਤਾ ਸਾਈਨ ਹੋ ਗਿਆ ਜੀ, ਆਲਰੇਡੀ ਸਮਝੌਤਾ ਜਿਹੜਾ ਉਹ ਸਾਈਨ ਹੋ ਗਿਆ ਵਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਖੁਸ਼ਖਬਰੀ ਹੈ ਵੀ ਭਾਰਤੀਆਂ ਵਾਸਤੇ, ਤਾਂ ਕਿਉਂਕਿ ਵਿਦੇਸ਼ ਮੰਤਰੀ ਜਿਹੜੇ ਹੈ ਜਰਮਨ ਦੇ ਬੀਬੀ ਐਨਾਲੈਨਾ ਬੈਰਬੌਕ, ਇਹ ਆਏ ਹੋਏ ਨੇ ਇੱਥੇ, ਤੇ ਇਹਨਾਂ ਨੇ ਇੱਕ ਸਮਝੌਤਾ ਜਿਹੜਾ ਉਹ ਸਾਈਨ ਕਰ ਲਿਆ। ਦੇਖੋ ਇਹਨੂੰ ਥੋੜਾ ਜਿਹਾ ਆਪਾਂ ਜੀਓ ਪੋਲਿਟਿਕਸ ਦੇ ਨਾਲ ਜੋੜ ਕੇ ਦੇਖ ਲਈਏ ਤਾਂ ਚਾਈਨਾ ਨੂੰ ਰਿਪਲੇਸ ਸ਼ਾਇਦ ਕਰਨ ਦੀ ਕਿਤੇ ਨਾ ਕਿਤੇ ਜਰਮਨ ਨੇ ਵੀ ਤਿਆਰੀ ਕਰ ਲਈ। ਰਾਈਟ, ਕਿ ਹੁਣ ਸਾਥੀ ਹੈ ਜਿਹੜਾ ਥੋੜਾ ਬਦਲ ਲਈਏ। ਤੁਸੀਂ ਬੀਤੇ ਦਿਨ ਦੱਸਿਆ ਸੀ ਆਸਟ੍ਰੇਲੀਆ ਦੇ ਨਾਲ ਜਿਹੜਾ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਹੋਇਆ, ਜਾਂ ਆਸਟ੍ਰੇਲੀਆ ਨੇ ਉਹਨੂੰ ਮਾਨਤਾ ਦੇ ਦਿੱਤੀ ਹੈ ਜੀ, ਉਹ ਉਧਰ ਨੂੰ ਕਦਮ ਵਧਾਏ ਜਾ ਰਹੇ ਨੇ। ਔਰ ਫਿਰ ਰਿਸ਼ੀ ਸੁਨਾਕ ਹੋਰਾਂ ਨੇ ਵੀ ਕਹਿ ਦਿੱਤਾ ਨਾ ਕਿ ਸਾਡਾ ਵੀ ਫ੍ਰੀ ਟ੍ਰੇਡ ਐਗਰੀਮੈਂਟ ਆ ਜਾਏਗਾ ਜਲਦੀ। ਰਾਈਟ, ਐਂਡ ਕੈਨੇਡਾ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ। ਕੈਨੇਡਾ ਵੱਲੋਂ ਵੀ ਤਿਆਰੀ ਆ। ਤਾਂ ਮੇਰਾ ਤਾਂ ਮੰਨਣਾ ਇਹ ਹੈ ਕਿ ਆਉਣ ਵਾਲੇ ਸਮੇਂ 'ਚ US ਦੇ ਨਾਲ ਵੀ ਕੰਮ ਬਹੁਤ ਖੁੱਲਾ ਹੋ ਜਾਏਗਾ ਇੰਡੀਆ ਦਾ, ਜੈਸਾ ਬਣਾ ਰਹੇ ਨੇ ਦ੍ਰਿਸ਼ਟਾਂਤ। ਕਿਉਂਕਿ ਜੈ ਸ਼ੰਕਰ ਦੇਖੋ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਦੀ ਫੋਰਨ ਪਾਲਿਸੀ ਦੀ ਤੁਸੀਂ ਨਿਖੇਧੀ ਕਰ ਸਕਦੇ ਹੋ ਇੰਡੀਆ ਦੀ, ਪਰ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ। ਖਾਸ ਤੌਰ ਤੇ ਤੁਸੀਂ ਯੂਕਰੇਨ ਰਸ਼ੀਆ ਦੇ ਕੌਨਫਲਿਕਟ 'ਚ ਦੇਖੋ ਕਿਸ ਤਰ੍ਹਾਂ ਤੇਲ ਖਰੀਦਣ ਵਾਲਾ ਜਿਹੜਾ ਮਾਮਲਾ ਸੀਗਾ ਉਹ ਇੰਨਾ ਗਜ਼ਬ ਦਾ ਰਿਹਾ, ਮੂਵ ਇੰਨਾ ਗਜ਼ਬ ਦਾ ਰਿਹਾ ਕਿ ਫਸਾ ਕੇ ਰੱਖ ਦਿੱਤਾ ਇਹਨਾਂ ਸਾਰਿਆਂ ਨੂੰ। ਜੀ। ਪਾਕਿਸਤਾਨ ਵੀ ਰਸ਼ੀਆ ਕੋਲ ਪਹੁੰਚ ਗਿਆ ਕਿ ਸਾਨੂੰ ਵੀ ਦੇ ਦਿਓ ਸਸਤਾ। ਖੈਰ ਜੇ ਆਪਾਂ ਜਰਮਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹਾ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਹੀ ਵਿਦੇਸ਼ੀ ਲੋਕਾਂ ਲਈ ਆਪਣੇ ਦੇਸ਼ 'ਚ ਦਾਖਲ ਹੋਣ ਲਈ ਕੁਝ ਨਿਯਮ ਜਿਹੜੇ ਉਹ ਆਸਾਨ ਕਰ ਦੇਣਗੇ। ਤਾਂ ਸਮਝੌਤੇ ਦੇ ਮੁਤਾਬਕ 2 ਦੇਸ਼ ਜਿਹੜੇ ਇਹ ਆ ਇੰਡੀਆ ਤੇ ਜਰਮਨ, ਇਹਦੇ ਵਿੱਚ ਜੋ ਹੋਇਆ ਉਹ ਕਹਿ ਰਹੇ ਆ ਕਿ ਜਿਹੜੇ ਸਿੱਖਿਅਤ ਨਾਗਰਿਕ ਅਤੇ ਪੇਸ਼ੇਵਰਾਂ ਨੂੰ ਆਸਾਨ ਵੀਜ਼ਾ ਦੇਣਗੇ ਤੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਏਗਾ। ਇਸ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਜਰਮਨੀ ਵਿੱਚ 18 ਮਹੀਨੇ ਰਹਿਣ ਲਈ ਵੀਜ਼ਾ, ਹਰ ਸਾਲ 3000 ਕਾਮਿਆਂ ਲਈ ਵੀਜ਼ਾ, ਆਸਾਨ ਆਵਾਜਾਈ ਲਈ ਮਲਟੀ ਐਂਟਰੀ ਵੀਜ਼ਾ ਵਰਗੀਆਂ ਸਹੂਲਤਾਂ ਦੇ ਦਿੱਤੀਆਂ ਜਾਣਗੀਆਂ। ਮਤਲਬ ਕਿ ਸ਼ੁਰੂਆਤ ਹੋ ਚੁੱਕੀ ਹੈ। ਵੈਸੇ ਜੇ ਤੁਸੀਂ ਦੇਖੋਗੇ ਤਾਂ ਪੜ੍ਹਾਈ ਵੀ ਇੱਕ ਉਦਯੋਗ ਹੈ ਨਾ ਜੀ ਰਾਈਟ, ਕੈਨੇਡਾ ਜਿਵੇਂ ਕਿ ਇੰਡੀਅਨ ਸਟੂਡੈਂਟਾਂ ਨੂੰ। ਤਾਂ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਖਰਚਾ ਹੋਣਾ ਹੈ ਜੋ ਉੱਥੋਂ ਹੋਣਾ ਹੈ, ਆਪਾਂ ਬ੍ਰੇਨ ਡਰੇਨ ਤੇ ਨਾਲ ਆਪਾਂ ਕਹਿੰਦੇ ਆ ਕਿ ਸਾਡਾ ਪੈਸਾ ਬਹੁਤ ਜਾ ਰਿਹਾ ਵਾ, ਤਾਂ ਉਹ ਹੋਣਾ ਹੈ 75 ਤੋਂ 85 ਬਿਲੀਅਨ ਇੱਕ ਸਾਲ ਦਾ। ਤਾਂ ਅਸਲ ਦੇ ਵਿੱਚ
ਕਿਤੇ ਨਾ ਕਿਤੇ ਉਹਦੀ ਵੀ ਖਿੱਚ ਹੈਗੀ ਆ ਕਿ ਕੁਝ ਪੈਸਾ ਇੱਧਰ ਵੀ ਆਵੇ। ਤਾਂ ਬਹੁਤ ਸਾਰੇ ਦੇਸ਼ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਨੂੰ ਵੇਖਣਗੇ। ਔਰ ਦੂਜੀ ਗੱਲ ਜਿਹੜੀ ਹੈ, ਜੇ ਆਪਾਂ ਦੇਖੀਏ ਇਸ ਮਾਮਲੇ ਦੇ ਵਿੱਚ, ਤਾਂ ਜਰਮਨ ਜਿਹੜਾ ਹੈ ਉਹ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਪੱਧਰ ਤੇ ਆਪਣੀਆਂ ਉਹ ਰਸਤੇ ਜਾਂ ਆਪਣੀਆਂ ਉਹ ਰਿਸ਼ਤੇ ਨਾਤੇ ਪੱਖ ਤੋਂ ਤੈਅ ਕਰਦਾ ਹੈ ਕਿ ਹਾਂ ਅਸੀਂ ਕਿੱਧਰ ਨੂੰ ਜਾਣਾ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੰਡੀਆ ਕੋਈ ਇਸ ਤਰ੍ਹਾਂ ਦੇ ਕਦਮ ਚੁੱਕਦਾ ਹੈ ਜਿਹਦੇ ਨਾਲ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੌਕੇ ਬਣਦੇ ਆ। ਤਾਂ ਇਹ ਹੈ ਸੂਰਤ-ਏ-ਹਾਲ ਕਿ ਇੱਧਰ ਜਰਮਨ ਦੇ ਵਿੱਚ ਵੀ ਕੰਮ ਥੋੜਾ ਜਿਹਾ ਖੁੱਲਾ ਹੋਏਗਾ ਤੇ ਉਹਦੇ ਵਾਸਤੇ ਇੰਡੀਅਨ ਖਾਸ ਤੌਰ ਤੇ ਜਿਹੜੇ ਪੇਸ਼ੇਵਰ ਆ ਜਾਂ ਸਟੂਡੈਂਟ ਆ ਉਹਨਾਂ ਵਾਸਤੇ ਥੋੜੀ ਸੌਖ ਹੋ ਜਾਏਗੀ। ਜੀ, ਤੇ ਮਿੰਟੂ ਜੀ, ਕਰਨਾਟਕਾ ਤੇ ਮਹਾਰਾਸ਼ਟਰ ਦਾ ਆਪਸ ਦੇ ਵਿੱਚ ਕੀ ਰਫੜ ਪੈ ਗਿਆ? ਇਹ ਜਿਹੜਾ ਮਾਮਲਾ ਹੈ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲਾਕੇ ਦਾ ਵਿਵਾਦ ਆ। ਪਿਛਲੇ ਦਿਨ ਹੀ ਤੁਸੀਂ ਸ਼ਾਇਦ ਖਬਰਾਂ ਸੁਣੀਆਂ ਹੋਣੀਆਂ ਨੇ ਕਿ ਅਸਮ ਤੇ ਮੇਘਾਲਿਆ ਇਹਨਾਂ ਦੇ ਬਾਰਡਰਾਂ ਤੇ ਰੌਲਾ ਪਿਆ ਸੀਗਾ। ਅਸਮ ਤੇ ਮਿਜ਼ੋਰਮ ਦਾ ਰੌਲਾ ਚੱਲਦਾ ਹੈ ਬਹੁਤ ਜ਼ਿਆਦਾ। ਇਹ ਨਾ ਕੁਝ ਸਟੇਟਾਂ ਦਾ, ਜਿਵੇਂ ਆਪਣਾ ਪੰਜਾਬ ਤੇ ਹਰਿਆਣੇ ਦਾ ਵੀ ਹੈ ਨਾ, ਪੰਜਾਬੀ ਬੋਲਦੇ ਇਲਾਕੇ ਉਹ ਕਹਿੰਦੇ ਹਿੰਦੀ ਬੋਲਦੇ ਇਲਾਕੇ, ਬਹੁਤ ਸਾਰੀਆਂ ਸਟੇਟਾਂ ਦਾ ਇਹ ਰੌਲਾ ਆਪਸ ਦੇ ਵਿੱਚ ਇਹਨਾਂ ਦਾ ਰਹਿੰਦਾ ਆ। ਤੇ ਕੁਝ ਸਟੇਟਾਂ 'ਚ ਕੀ ਹੈ ਕਿ ਚਲੋ ਆਪਣੇ ਤਾਂ ਸੁੱਖ ਸੰਦ ਰਹਿੰਦੀ ਹੈ, ਕੋਈ ਜ਼ਿਆਦਾ ਖੂਨ ਖਰਾਬਾ ਨਹੀਂ ਹੁੰਦਾ। ਪਿਛਲੇ ਦਿਨ 22 ਨਵੰਬਰ ਨੂੰ ਜਦੋਂ ਹਿੰਸਾ ਹੋਈ ਸੀਗੀ ਤਾਂ ਉੱਥੇ ਅਸਮ ਦੇ ਬਾਰਡਰ ਤੇ 6 ਜਾਣੇ ਮਰ ਗਏ ਸਨ। ਤਾਂ ਇਹ ਕੰਮ ਬਹੁਤ ਚੱਲਦਾ ਹੈ। ਤਾਂ ਕਰਨਾਟਕ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਕਹਿ ਲਓ ਕਿ ਜ਼ਿਲ੍ਹਾ ਹੈ ਬੇਲਗਾਮ, ਉਹਨੂੰ ਲੈ ਕੇ ਵਿਵਾਦ ਆ। ਇਹ 1956 ਤੋਂ ਵਿਵਾਦ ਆ ਕਿਉਂਕਿ ਜੇ ਤੁਸੀਂ ਦੇਖੋਗੇ ਹੱਦ ਇਹਨਾਂ ਦੀ ਦੋਨਾਂ ਸਟੇਟਾਂ ਦੀ 7000 ਵਰਗ ਕਿਲੋਮੀਟਰ ਦੀ ਬਣ ਜਾਂਦੀ ਹੈ। ਵਿਵਾਦ ਕਿੱਥੇ ਆ? ਇਹ ਹੈਗਾ ਕਰਨਾਟਕ ਦੇ ਬੇਲਗਾਮ ਦਾ। ਤਾਂ ਇਹਦੇ ਵਿੱਚ ਕੀ ਆ ਕਿ 814 ਜਿਹੜੇ ਪਿੰਡ ਆ ਉਹ ਮਰਾਠੀ ਭਾਸ਼ੀ ਪਿੰਡ ਆ। ਜਿਵੇਂ ਉਹ ਆਪਾਂ ਉਹੀ ਗੱਲ ਲਾ ਕੇ ਦੇਖ ਲਈਏ, ਪੰਜਾਬੀ ਬੋਲਦੇ ਹਿੰਦੀ ਬੋਲਦੇ। ਤਾਂ ਮਹਾਰਾਸ਼ਟਰ ਇਸ ਹਿੱਸੇ ਤੇ ਆਪਣਾ ਹੱਕ ਜਤਾਉਂਦਾ ਹੈ ਤੇ ਉਹ ਕਹਿੰਦਾ ਕਿ ਸਾਨੂੰ ਦੇ ਦੇਣਾ ਚਾਹੀਦਾ ਹੈ। ਤਾਂ ਦੂਜੇ ਪਾਸੇ ਇਹ ਹੁਣ ਜਿਹੜੀ ਤਾਜ਼ਾ ਤਰੀਨ ਜਿਹੜੀ ਹਾਲਤ ਬਣੀ ਆ ਉਹ ਇਸ ਕਰਕੇ ਬਣੀ ਆ ਕਿ ਜਦੋਂ ਕਰਨਾਟਕ ਦੇ ਵਿੱਚ ਕੁਝ ਮਹਾਰਾਸ਼ਟਰ ਦੇ ਟਰੱਕ ਗਏ ਤਾਂ ਉੱਥੇ ਪੱਥਰਬਾਜ਼ੀ ਹੋ ਗਈ ਉਹਨਾਂ ਤੇ। ਤਾਂ ਇਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਕਰਨਾਟਕ ਦੀਆਂ ਬੱਸਾਂ ਸੀ ਉਹ ਘੇਰ ਕੇ ਤੇ ਇਹਨਾਂ ਨੇ ਵੀ ਉੱਤੇ ਰੰਗ ਰੁੰਗ ਲਾ ਦਿੱਤਾ ਤੇ ਇਹ ਲਿਖ ਦਿੱਤਾ ਕਿ ਅਸੀਂ ਸੰਸਕਾਰੀ ਇਸ ਕਰਕੇ ਇਹਨਾਂ ਨੂੰ ਤੋੜ ਨਹੀਂ ਰਹੇ। ਇੱਧਰੋਂ ਕੁਝ ਤੁਹਾਨੂੰ ਪਤਾ ਸਿਆਸਤਦਾਨ ਵੀ ਜਿਹੜੇ ਖਾਸ ਤੌਰ ਤੇ ਠਾਕਰੇ ਗਰੁੱਪ ਹੋਇਆ ਉਹ ਵੀ ਤਿਆਰ ਬੈਠੇ ਹੁੰਦੇ। ਉਧਰੋਂ ਸ਼ਰਦ ਪਵਾਰ ਹੋਰੀ ਵੀ ਕਹਿੰਦੇ ਆ ਕਿ ਬਾਈ ਸਾਨੂੰ ਹੁਣ ਤੁਸੀਂ ਲਲਕਾਰੋ ਨਾ ਜ਼ਿਆਦਾ, ਸਾਡੀ ਸ਼ਰੀਫੀ ਦਾ ਫਾਇਦਾ ਨਾ ਚੁੱਕੋ। ਤਾਂ ਗੱਲ ਜਿਹੜੀ ਹੈ ਟਸਲਬਾਜ਼ੀ 'ਚ ਪੂਰੀ ਤਰ੍ਹਾਂ ਆ ਚੁੱਕੀ ਹੈ। ਹੁਣ ਦੇਖੋ ਅੱਗੇ ਇਹ ਤਣਾਅ ਜਿਹੜਾ ਕੋਈ ਖੁਦਾ ਨਾ ਖਾਸਤਾ ਕੋਈ ਗਲਤ ਦਿਸ਼ਾ ਅਖਤਿਆਰ ਨਾ ਕਰ ਜਾਵੇ, ਪਰ ਦੋਹਾਂ ਸਟੇਟਾਂ ਦੇ ਵਿੱਚ ਇਸ ਵੇਲੇ ਸਟ੍ਰੈਸ ਜ਼ਰੂਰ ਹੈਗੀ ਆ। ਜੀ, ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ, ਖੁਸ਼ਨੁਮਾ ਖਬਰ ਸੇਬਾਂ ਵਾਲੀ ਲੈ ਲੈਂਦੇ ਹਾਂ। ਹੁਣ ਤੁਸੀਂ ਕਹੋਗੇ ਕਿ ਸੇਬ ਕਿਵੇਂ ਖੁਸ਼ਗਵਾਰ ਹੋ ਸਕਦੇ ਆ? ਤਾਂ ਬਈ ਇਸ ਵੇਲੇ ਜਿੰਨੀ ਆਪਾਂ ਦੇਖੀ ਆ ਕਿ ਲੋਕਾਂ ਨੇ ਕਾਫੀ ਜ਼ਿਆਦਾ ਫਿਟਲਾਨਤ ਕੀਤੀ, ਤਾਂ ਉਸ ਤੋਂ ਬਾਅਦ ਜਿਹੜੇ 2 ਜਾਣੇ ਅੱਗੇ ਆਏ ਆ ਤਾਂ ਉਹਨਾਂ ਨੂੰ ਬਹੁਤ ਸਲਾਹਤ ਮਿਲ ਰਹੀ ਆ, ਉਹ ਵੀ ਪੰਜਾਬੀ ਆ। ਤਾਂ ਮਿਸਾਲ ਦਿੱਤੀ ਜਾ ਰਹੀ ਹੈ ਕਿ ਇਹਨਾਂ ਵੱਲ ਵੇਖੋ ਯਾਰ, ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਸ ਤਰ੍ਹਾਂ ਆ ਕੇ ਤੇ ਪੰਜਾਬੀਆਂ ਦੀ ਇੱਕ ਤਰ੍ਹਾਂ ਨਾਲ ਇੱਜ਼ਤ ਜਿਹੜੀ ਆ ਉਹ ਬਹਾਲ ਕੀਤੀ। ਵੈਸੇ ਤਾਂ ਪੰਜਾਬੀਆਂ ਦੀ ਇੱਜ਼ਤ ਨੂੰ ਤਾਂ ਕੀ ਖਤਰਾ, ਕੁਝ ਬੰਦੇ ਹੁੰਦੇ ਆ ਉਹ ਹਰੇਕ ਸਮਾਜ ਦੇ ਵਿੱਚ ਹੀ ਹੁੰਦੇ ਆ, ਹਰੇਕ ਥਾਂ ਦੇ ਵਿੱਚ ਹੀ ਤੁਹਾਨੂੰ ਮਿਲ ਜਾਂਦੇ ਆ, ਪਰ ਚੰਗੇ ਬੰਦਿਆਂ ਤੋਂ ਮੰਦੇ ਜੇ ਸਿੱਖਣ ਤਾਂ ਉਹਨਾਂ ਦੀ ਗਿਣਤੀ ਘਟਦੀ ਜਾਏਗੀ। ਰੌਲਾ ਇਹੀ ਆ ਕਿ ਸਿੱਖਦੇ ਨਹੀਂ ਹੈ। ਤਾਂ ਖੈਰ ਇਹ ਇੱਕ ਵਾਰੀ ਤਾਂ ਚੈਪਟਰ ਕਲੋਜ਼ ਹੋ ਗਿਆ ਵਾ ਤੇ ਪੈਸੇ ਜਿਹੜੇ ਆ ਉਹ ਕਸ਼ਮੀਰ ਦੇ ਸੇਬ ਵਪਾਰੀ ਨੂੰ ਮਿਲ ਗਏ ਆ। 9 ਲੱਖ ਰੁਪਈਆ ਇਹ 2 ਕਾਰੋਬਾਰੀਆਂ ਨੇ ਆਪਣੀ ਜੇਬ ਦੇ ਵਿੱਚੋਂ ਦਿੱਤਾ। ਹਾਲਾਂਕਿ ਬਹੁਤ ਸਾਰੇ ਹੋਰ ਲੋਕ ਵੀ ਤਿਆਰ ਸੀ। ਈਵਨ ਦੋ ਕਿ ਮੈਂ ਦੇਖ ਰਿਹਾ ਸੀਗਾ ਕਿ ਕੈਨੇਡਾ ਚੋਂ ਵੀ ਕੁਝ ਲੋਕ ਆਫਰ ਕਰ ਰਹੇ ਸਨ ਕਿ ਅਸੀਂ ਪੈਸਾ ਦੇ ਦਿੰਦੇ ਆ, ਅਸੀਂ ਪਿੱਠ ਨਹੀਂ ਲੱਗਣ ਦੇਣੀ ਆਪਣੇ ਪੰਜਾਬੀਆਂ ਦੀ। ਆ ਜੋ ਕਰਤੂਤ ਕੁਝ ਬੰਦਿਆਂ ਨੇ ਕੀਤੀ ਆ ਤਾਂ ਬਈ ਇਹ ਮਾੜੀ ਆ। ਤੇ ਉਧਰ ਮਾੜੀ ਕਰਤੂਤ ਵਾਲਿਆਂ ਦਾ ਵੀ ਹਾਲ ਵੇਖ ਲਓ, ਉੱਥੇ ਕੈਮਰੇ ਦੇ ਸਾਹਮਣੇ ਕਹੀ ਜਾਂਦੇ ਕਿ ਸਾਡਾ ਤੇ ਜੀ ਕਰਦਾ ਮਾਰੀ ਜਾਈਏ। ਹੁਣ ਮਰਨਾ ਤੇ ਕਾਨੂੰ ਜੇ, ਚਲੋ ਪਛਤਾਵਾ ਹੋਣਾ ਚਾਹੀਦਾ ਤੇ ਗਾਂ ਤੋਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ। ਕੀ ਲੈਣਾ ਆ? ਤੇ ਸੇਬ, ਹੁਣ ਸੇਬ ਦੀ ਥਾਂ ਤੇ ਗਰਮੀਆਂ ਦੇ ਵਿੱਚ ਆੜੂ ਖਾ ਲਿਓ, ਉਹ ਵੀ ਆਪਦਾ ਮੁੱਲ ਦਾ ਲੈ ਕੇ। ਹੁਣ ਸੇਬ ਦਾ ਛੱਡੋ। ਆ ਗੱਲ ਵਧੀਆ ਜਿਹੜੀ ਅਖੀਰ ਵਾਲੀ ਵੀ ਆਪਣਾ ਮੁੱਲ ਦਾ ਲੈ ਕੇ ਖਾਇਓ।